ਅਕੈਡਮੀ ਚੈਨਲ ਦੇਖ ਰਹੇ ਸਾਰੇ ਹੀ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਜੁੜੇ ਰਹੋ ਸਾਡੇ ਨਾਲ ਨਵੇਂ ਟੌਪਿਕਸ ਦੇ ਲਈ, ਨਵੀਂ ਨੌਲੇਜ ਦੇ ਲਈ ਅਤੇ ਆਪਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਸਾਕਾਰ ਕਰਨ ਦੇ ਲਈ। ਨੋਟਸਾਂ ਦੀ ਪ੍ਰਾਪਤੀ ਤੁਸੀਂ ਜਿਹੜੇ ਹੈਗੇ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰਕੇ ਕਰ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਚੈਨਲ ਦਾ ਲਿੰਕ ਦਿੱਤਾ ਹੋਇਆ, ਉੱਥੋਂ ਤੁਸੀਂ ਜਾ ਕੇ ਜਿਹੜਾ ਹੈਗਾ ਸਾਡਾ ਚੈਨਲ ਜੁਆਇਨ ਕਰ ਸਕਦੇ ਹੋ, ਜਿੱਥੇ ਤੁਹਾਨੂੰ ਜਿਹੜੇ ਹੈਗੇ ਨੋਟਸ ਫ੍ਰੀ ਦੇ ਵਿੱਚ ਪ੍ਰੋਵਾਈਡ ਕਰਾਏ ਜਾਣਗੇ। ਅਤੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ, ਜਲਦ ਹੀ ਆਪਾਂ ਜਿਹੜੀਆਂ ਹੈਗੀਆਂ MCQ ਦੀਆਂ ਕਲਾਸਾਂ ਸ਼ੁਰੂ ਕਰਨ ਜਾ ਰਹੇ ਹਾਂ, ਉਸ 'ਤੇ ਜਿਹੜਾ ਹੈਗਾ ਵਰਕ ਹੋ ਰਿਹਾ। ਸੋ ਸਾਡੇ ਨਾਲ ਜੁੜੇ ਰਹੋ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਆਓ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ, ਜਿਹੜਾ ਸਪੈਸ਼ਲ ਫੋਰ ਮਾਸਟਰ ਕੇਡਰ ਹੈ। ਉਸ ਤੋਂ ਇਲਾਵਾ ਇਹ ਹੋਰ ਜਿਹੜੀਆਂ ਪੋਸਟਸ ਹੈ ਉਹਨਾਂ ਦੇ ਵਿੱਚ ਵੀ ਤੁਹਾਡੇ ਕੰਮ ਆ ਸਕਦਾ ਹੈ। ਸੋ ਆਓ ਬਿਨਾਂ ਦੇਰੀ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ, ਜਿਸ ਦਾ ਨਾਮ ਹੈ ਨਵੇਂ ਰਾਜ ਅਤੇ ਰਾਜੇ। 700 ਈਸਵੀ ਤੋਂ ਲੈ ਕੇ 1200 ਈਸਵੀ ਦੇ ਵਿੱਚ ਦੱਖਣ ਭਾਰਤ ਦੇ ਰਾਜਵੰਸ਼ ਇਹਨਾਂ ਨੂੰ ਕਿਹਾ ਜਾਂਦਾ ਹੈ। ਜਿਹੜੇ ਹੈਗਾ ਇਹ ਟਾਈਮ 700 ਤੋਂ 1200 ਈਸਵੀ ਦਾ, ਤਾਂ ਭਾਰਤ ਹੈ ਜਿਹੜਾ ਫਿਰ ਤੋਂ ਛੋਟੇ ਰਾਜਾਂ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ ਅਤੇ ਕਈ ਤਰ੍ਹਾਂ ਦੇ ਜਿਹੜੇ ਵੰਸ਼ ਹੈ ਉਹ ਇੱਥੇ ਰਾਜ ਕਰਨ ਲੱਗਦੇ ਆ। ਕਈ ਤਰ੍ਹਾਂ ਦੇ ਘਰਾਣੇ ਆ, ਜਿਹੜੇ ਖਿੱਤੇ ਆ, ਅਲੱਗ ਆਪਣੇ ਜਿਹੜਾ ਖੇਤਰੀ ਏਰੀਆ ਉਹਨੂੰ ਅਕਵਾਇਰ ਕਰਕੇ ਉੱਥੇ ਆਪਦਾ ਰਾਜ ਘਰਾਣੇ ਆ ਜਿਹੜੇ ਮਜ਼ਬੂਤ ਕਰਦੇ ਆ, ਅਤੇ ਫਿਰ ਆਪਸ ਵਿੱਚ ਇੱਕ ਦੂਜੇ ਦੇ ਨਾਲ ਉਹਨਾਂ ਦੇ ਯੁੱਧ ਹੁੰਦੇ ਆ। ਅਤੇ ਨਾਲ ਦੀ ਨਾਲ ਹੀ ਇਸੇ ਟਾਈਮ 'ਤੇ ਜਿਹੜੇ ਹੈਗੇ ਆ ਲਗਭਗ 1000 ਈਸਵੀ ਦੇ ਵਿੱਚ ਜਿਹੜੇ ਗਜ਼ਨਵੀ ਗੌਰੀ ਵਿਦੇਸ਼ੀ ਜਿਹੜੇ ਆਕਰਮਣਕਾਰ ਹੈ, ਹਮਲਾਵਰ ਆ, ਉਹ ਇੱਥੇ ਅਟੈਕ ਕਰਦੇ ਆ ਭਾਰਤ 'ਤੇ। ਅਤੇ ਜਿਹੜਾ ਹੈਗਾ ਭਾਰਤ ਦੇ ਵਿੱਚ ਛੇਤੀ ਹੀ ਸਾਨੂੰ ਜਿਹੜਾ ਹੈਗਾ ਮੁਗਲ ਵੰਸ਼ ਅਤੇ ਤੁਰਕ ਵੰਸ਼, ਦੋ ਮਹਾਨ ਵੰਸ਼ ਦੇਖਣ ਨੂੰ ਮਿਲਦੇ ਆ, ਜਿਹਦੇ ਵਿੱਚ ਜਿਹੜਾ ਮੁਗਲ ਵੰਸ਼ ਆ ਉਹ ਕਈ 100 ਸਾਲਾਂ ਤੱਕ ਜਿਹੜਾ ਹੈਗਾ ਭਾਰਤ 'ਤੇ ਰਾਜ ਕਰਦਾ ਹੈ, ਜਿਸ ਤੋਂ ਆਪਣਾ ਜਿਹੜਾ ਹੈਗਾ ਮੱਧਕਾਲ ਭਾਰਤ ਆ ਉਹ ਸ਼ੁਰੂ ਹੋ ਜਾਂਦਾ। ਲਗਭਗ 700 ਈਸਵੀ ਤੋਂ ਹੀ ਮੰਨਿਆ ਜਾਂਦਾ ਮੱਧਕਾਲ, ਪਰ ਜ਼ਿਆਦਾਤਰ ਜਿਹੜੇ ਹੈਗੇ ਸਾਨੂੰ ਬੁੱਕਸ ਦੇ ਵਿੱਚ ਜਿਹੜਾ ਹੈਗਾ ਮੱਧਕਾਲ ਦਾ ਪਾਰਟ ਉਹ 1000 ਈਸਵੀ ਤੋਂ ਬਾਅਦ 'ਚ ਦਿੱਤਾ ਗਿਆ, ਜਦੋਂ ਜਿਹੜੇ ਮੁਗਲ ਆਕਰਮਣਕਾਰ ਹੈ, ਜਿਹੜੇ ਮੁਗਲ ਸ਼ਾਸਕ ਆ, ਉਹ ਇੱਥੇ ਰਾਜ ਆਪਣਾ ਕਾਇਮ ਕਰਦੇ ਹੈ। ਦਿੱਲੀ ਸਲਤਨਤ ਹੈ ਜਿਹੜੀ ਉਹ ਇੱਥੇ ਵਿਕਸਿਤ ਹੁੰਦੀ ਹੈ। ਸੋ ਆਓ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ। ਆਪਣਾ ਅੱਜ ਦਾ ਟੌਪਿਕ ਹੈ ਜਿਹੜਾ, ਇਸ ਦੇ ਵਿੱਚ ਪਹਿਲਾ ਵੰਸ਼ ਹੈਗਾ ਜੀ ਪੱਲਵ ਵੰਸ਼। ਪੱਲਵ ਵੰਸ਼ ਹੈ ਜਿਹੜਾ, ਇਹ ਪਹਿਲਾ ਵੰਸ਼ ਹੈ ਜਿਹਦਾ ਸੰਸਥਾਪਕ ਸਿੰਘ ਵਿਸ਼ਨੂੰ ਹੈ। 575 ਤੋਂ 600 ਈਸਵੀ ਤੱਕ ਇਹ ਰਾਜ ਕਰਦਾ ਹੈ। ਇਹਨਾਂ ਦੀ ਰਾਜਧਾਨੀ ਦਾ ਨਾਮ ਹੈਗਾ ਕਾਂਚੀ। ਮੌਜੂਦਾ ਤਾਮਿਲਨਾਡੂ ਦੇ ਵਿੱਚ ਜਿਹੜਾ ਕਾਂਚੀਪੁਰਮ ਸ਼ਹਿਰ ਹੈ, ਕਾਂਚੀਪੁਰਮ ਸ਼ਹਿਰ ਤਾਮਿਲਨਾਡੂ ਦੇ ਵਿੱਚ, ਕਾਂਚੀ ਇਹਨਾਂ ਦੀ ਰਾਜਧਾਨੀ ਹੈ। ਇਹ ਵੈਸ਼ਨਵ ਧਰਮ ਨੂੰ ਮੰਨਦੇ ਸੀ। ਪੱਲਵ ਵੰਸ਼ ਦਾ ਆਖਰੀ ਸ਼ਾਸਕ ਹੈ ਜਿਹੜਾ, ਆਖਰੀ ਰਾਜਾ ਹੈ, ਉਹ ਅਪਾਰਜਿਤ ਬਰਮਨ ਸੀ, ਜਿਹਨੇ 879 ਤੋਂ ਲੈ ਕੇ 897 ਈਸਵੀ ਤੱਕ ਰਾਜ ਕੀਤਾ ਹੈ। ਮਤ ਵਿਲਾਸ ਪ੍ਰਹਸਨ ਦੀ ਰਚਨਾ ਹੈਗੀ ਹੈ ਜਿਹੜੀ ਇਸ ਟਾਈਮ 'ਤੇ ਸਾਨੂੰ ਸੋਰਸ ਮਿਲਦਾ ਹੈ। ਮਤ ਵਿਲਾਸ ਪ੍ਰਹਸਨ ਦੀ ਰਚਨਾ ਮਹਿੰਦਰ ਬਰਮਨ ਨੇ ਕੀਤੀ ਸੀ। ਠੀਕ ਹੈ ਜੀ, ਸਾਨੂੰ ਸੋਰਸ ਮਿਲਦਾ ਹੈ ਮਤ ਵਿਲਾਸ ਪ੍ਰਹਸਨ, ਜਿਹਨੂੰ ਲਿਖਣ ਵਾਲਾ, ਜਿਹਦਾ ਰਚੈਤਾ ਹੈਗਾ ਮਹਿੰਦਰ ਵਰਮਨ। ਸੋ ਆਪਾਂ ਇਹਦੇ ਵਿੱਚੋਂ ਮੇਨ ਹੀ ਕਰਾਂਗੇ, ਡੀਪਲੀ ਜ਼ਿਆਦਾ ਨਹੀਂ ਜਾਂਦੇ, ਕਿਉਂਕਿ ਇਹਦੇ ਵਿੱਚ ਮੋਸਟਲੀ ਇਹੋ ਜਿਹੇ ਕੁਐਸਚਨ ਜਿਹੜੇ ਪੁੱਟ ਕੀਤੇ ਗਏ ਆ ਪਿਛਲੇ ਐਗਜ਼ਾਮਸ ਦੇ ਵਿੱਚ ਆਲ ਓਵਰ ਇੰਡੀਆ ਲੈਵਲ ਤੱਕ ਦੇ, ਉਹਨਾਂ ਨੂੰ ਮੁੱਖ ਰੱਖ ਕੇ ਜਿਹੜੇ ਹੈਗੇ ਨੋਟਸ ਤਿਆਰ ਕੀਤੇ ਗਏ, ਕਿਉਂਕਿ ਜਿਹੜੇ ਹੈਗੇ ਆ ਵੰਸ਼ ਬਹੁਤ ਜ਼ਿਆਦਾ ਹੈ ਅਤੇ ਇਹਨਾਂ ਦੇ ਜਿਹੜੇ ਆਪਸੀ ਕਲੈਸ਼ ਹੈ ਉਹ ਬਹੁਤ ਜ਼ਿਆਦਾ। ਜੇ ਆਪਾਂ ਇਹਨੂੰ ਇੰਨੀ ਡੂੰਘਾਈ ਦੇ ਵਿੱਚ ਜਾਓਗੇ ਤਾਂ ਤੁਹਾਡਾ ਜਿਹੜਾ ਇਹ ਟੌਪਿਕ ਹੈ ਇਹ ਤੁਹਾਨੂੰ ਕਨਫਿਊਜ਼ ਕਰੂਗਾ ਦੂਜੇ ਟੌਪਿਕਾਂ ਦੇ ਨਾਲੋਂ। ਮੋਸਟਲੀ ਇਹਦੇ ਵਿੱਚ 1 ਜਾਂ 2 ਕੁਐਸਚਨ ਹੀ ਆਉਂਦੇ ਹੁੰਦੇ ਆ ਇਹ 700 ਤੋਂ 1200 ਈਸਵੀ ਦੇ ਟਾਈਮ ਦੇ ਵਿੱਚ, ਖਾਸ ਕਰਕੇ ਮਾਸਟਰ ਕੇਡਰ ਦੇ ਵਿੱਚ। ਤਾਂ ਆਪਾਂ ਉਸ ਨੂੰ ਮੁੱਖ ਰੱਖ ਕੇ ਜਿਹੜੇ ਹੈਗੇ ਨੋਟਸਾਂ ਦੀ ਤਿਆਰੀ ਹੈ ਜਿਹੜੀ, ਜ਼ਿਆਦਾ ਡੀਪਲੀ ਨਹੀਂ, ਮੇਨ ਜਿਹੜੇ ਹੈਗੇ ਆ ਪੁਆਇੰਟ ਟੂ ਪੁਆਇੰਟ ਕਰਾਂਗੇ, ਤਾਂ ਕਿ ਤੁਹਾਡਾ ਜਿਹੜਾ ਵਰਡਨ ਹੈ, ਜਿਹੜੀ ਤੁਹਾਡਾ ਜਿਹੜਾ ਦਿਮਾਗ ਹੈ ਉਹ ਇਹਨਾਂ ਚੀਜ਼ਾਂ ਨੂੰ ਫੋਕਸ ਕਰ ਸਕੇ। ਹਾਂ, ਇਹਦੀ ਜਿਹੜੀ ਥਿਊਰੀ ਹੈ ਉਹ ਤੁਹਾਡੇ ਲਈ ਪੜ੍ਹਨੀ ਜ਼ਰੂਰੀ ਹੈ, ਉਹ ਤੁਸੀਂ ਬੁੱਕਸ ਦੇ ਵਿੱਚੋਂ ਪੜ੍ਹ ਸਕਦੇ ਹੋ, ਲਾਈਕ AC ਅਰੋੜਾ ਵਗੈਰਾ ਹੈ ਨਾ। ਉਸ ਤੋਂ ਇਲਾਵਾ ਤੁਸੀਂ ਲੂਇਸੈਂਟ ਤੋਂ ਵੀ ਇਹਦੀ ਤਿਆਰੀ ਕਰ ਸਕਦੇ ਹੋ। ਸੋ ਅੱਗੇ ਆਓ ਜੀ, ਮਹਾਬਲੀਪੁਰਮ ਦੇ ਮੰਦਿਰ ਹੈ ਜਿਹੜਾ, ਮੰਦਿਰ ਏਕਾਸ਼ਮ ਦਾ ਨਿਰਮਾਣ ਨਰਸਿੰਘ ਬਰਮਨ ਨੇ ਕਰਵਾਇਆ ਸੀ। ਮਹਾਬਲੀਪੁਰਮ ਦੇ ਵਿੱਚ ਇੱਕ ਮੰਦਿਰ ਹੈ ਜਿਹਦਾ ਨਾਮ ਹੈ ਏਕਾਸ਼ਮ, ਜਾਂ ਉਹਨੂੰ ਰਥ ਮੰਦਰ ਕਹਿੰਦੇ ਆ। ਇਹਦਾ ਨਿਰਮਾਣ ਜਿਹੜਾ ਨਰਸਿੰਘ ਬਰਮਨ ਨੇ ਕਰਵਾਇਆ। ਰਥ ਮੰਦਰਾਂ ਦੀ ਗਿਣਤੀ ਕਿੰਨੀ ਹੈ ਜੀ? 7। ਕਈ ਵਾਰ ਸਿੱਧਾ ਕੁਐਸਚਨ ਆ ਸਕਦਾ ਰਥ ਮੰਦਰਾਂ ਦੀ ਗਿਣਤੀ ਕਿੰਨੀ ਹੈ, ਤਾਂ 7 ਗਿਣਤੀ ਹੈ। ਠੀਕ ਹੈ ਜੀ। ਜਿਹੜਾ ਹੈਗਾ ਬਾਤਪੀ ਕੋਂਡ, ਇਹਦੀ ਉਪਾਧੀ ਨਰਸਿੰਘ ਬਰਮਨ ਨੇ ਕੀਤੀ ਹੈ। ਬਾਤਪੀ ਕੋਂਡ ਦੀ ਉਪਾਧੀ ਹੈ ਜਿਹੜੀ, ਉਹ ਨਰਸਿੰਘ ਬਰਮਨ ਨੇ ਜਿਹੜੀ ਹੈਗੀ ਸ਼ੁਰੂ ਕੀਤੀ ਹੈ, ਭਾਵ ਉਹ ਆਪਣੇ ਆਪ ਨੂੰ ਬਾਤਪੀ ਕੋਂਡ ਹੈ ਜਿਹੜਾ ਉਹਦੀ ਉਪਾਧੀ ਦਿੰਦਾ। ਅਰਬਾਂ ਦੇ ਹਮਲਿਆਂ ਸਮੇਂ ਨਰਸਿੰਘ ਬਰਮਨ ਦੂਜਾ ਸ਼ਾਸਕ ਸੀ। ਜਦੋਂ ਅਰਬ ਹਮਲੇ ਕਰਦੇ ਆ ਤਾਂ ਉਦੋਂ ਜਿਹੜਾ ਹੈਗਾ ਨਰਸਿੰਘ ਬਰਮਨ ਦੂਜਾ, ਉਦੋਂ ਇਹ ਇੱਥੇ ਸ਼ਾਸਕ ਸੀਗਾ ਪੱਲਵ ਵੰਸ਼ ਦਾ। ਨਰਸਿੰਘ ਬਰਮਨ ਨੇ ਕਾਂਚੀ ਦੇ ਕੈਲਾਸ਼ਨਾਥ ਮੰਦਰ, ਦੇਸ਼ਵਰ ਮੰਦਰ ਦਾ ਨਿਰਮਾਣ ਕਰਵਾਇਆ। ਇਸ ਮੰਦਰ ਦੇ
ਨਿਰਮਾਣ ਨਾਲ ਦ੍ਰਵਿੜ ਕਲਾ ਦੀ ਸ਼ੁਰੂਆਤ ਹੋਈ। ਹੁਣ ਦੇਖੋ ਕੀ ਹੈ ਜੀ, ਨਰਸਿੰਘ ਵਰਮਨ ਹੈ ਜਿਹੜਾ ਉਹ ਕਾਚੀ ਦੇ ਵਿੱਚ ਕੈਲਾਸ਼ਨਾਥ ਮੰਦਿਰ ਬਣਾਉਂਦਾ ਹੈ, ਜਿਹਨੂੰ ਰਾਜ ਸਿद्धੇਸ਼ਵਰ ਮੰਦਿਰ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਤਾਂ ਇੱਥੇ ਕੀ ਹੈ, ਇੱਥੇ ਇਸ ਮੰਦਿਰ ਦੇ ਨਿਰਮਾਣ ਨਾਲ ਕੀ ਹੈ, ਜਿਹੜਾ ਦ੍ਰਵਿੜ ਕਲਾ ਉਤਪੰਨ ਹੁੰਦੀ ਹੈ, ਦ੍ਰਵਿੜੀਅਨ ਕਲਾ ਹੈ ਜਿਹੜੀ ਇਮਾਰਤ ਸਾਜੀ ਦੀ, ਉਹ ਇੱਥੇ ਉਤਪੰਨ ਹੁੰਦੀ ਹੈ, ਵਿਕਸਿਤ ਹੁੰਦੀ ਹੈ। ਤਾਂ ਅੱਗੇ ਹੈਗਾ ਜੀ ਕਾਚੀ ਦਾ ਕੈਲਾਸ਼ਨਾਥ ਮੰਦਿਰ ਜਿਹੜਾ ਹੈਗਾ ਉਹ ਪੱਲਵ ਰਾਜੇ ਰਾਣੀਆਂ ਦੀਆਂ ਤਸਵੀਰਾਂ ਲੱਗੀਆਂ। ਜਿਹੜਾ ਕਾਚੀ ਦਾ ਕੈਲਾਸ਼ਨਾਥ ਮੰਦਿਰ ਹੈਗਾ ਉਹਦੇ ਵਿੱਚ ਪੱਲਵ ਰਾਜੇ ਰਾਣੀਆਂ ਦੀਆਂ ਤਸਵੀਰਾਂ ਸਾਨੂੰ ਦੇਖਣ ਨੂੰ ਮਿਲਦੀਆਂ ਲੱਗੀਆਂ ਹੋਈਆਂ ਜਿਹੜੀਆਂ। ਸੋ ਅੱਗੇ ਬਤਾਪੀ ਕੋਂਡ ਜਿਹੜਾ ਹੈਗਾ ਇਹ ਉਪਾਧੀ ਸੀ ਨਰਸਿੰਘ ਵਰਮਨ ਦੀ, ਆਪਾਂ ਹੁਣ ਤੱਕ ਕਰ ਚੁੱਕੇ ਹਾਂ। ਕੈਲਾਸ਼ਨਾਥ ਮੰਦਿਰ ਨਰਸਿੰਘ ਵਰਮਨ ਨੇ ਬਣਾਇਆ, ਇਹ ਪੁਆਇੰਟ ਯਾਦ ਰੱਖਣ ਵਾਲਾ ਹੈ। ਇੱਥੇ ਕਲਾ ਕਿਹੜੀ ਵਰਤੀ ਗਈ ਹੈ, ਦ੍ਰਵਿੜ, ਇਹ ਪੁਆਇੰਟ ਮੋਸਟ ਇੰਪੋਰਟੈਂਟ ਹੈ। ਤੇ ਅੱਗੇ ਹੈਗਾ ਜੀ ਕਾਚੀ ਦਾ ਕੈਲਾਸ਼ਨਾਥ ਮੰਦਿਰ ਆ, ਉਹਦੇ ਵਿੱਚ ਪੱਲਵ ਰਾਜੇ ਰਾਣੀਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ। ਹੁਣ ਆ ਜਾਓ ਅੱਗੇ, ਜਿਹੜਾ ਦੰਡੀ ਹੈ, ਇੱਕ ਦੰਡੀ ਰਚਨਾ ਮਿਲਦੀ ਹੈ ਸਾਨੂੰ, ਉਹ ਕੀ ਹੈ, ਦੰਡੀ ਦੀ ਰਚਨਾ ਕਰਨ ਵਾਲਾ ਦਸ਼ ਕੁਮਾਰ ਚਰਿਤਾ ਹੈ। ਦਸ਼ ਕੁਮਾਰ ਚਰਿਤਾ ਹੈ ਜਿਹਨੇ ਦੰਡੀ ਦੀ ਰਚਨਾ ਕੀਤੀ ਹੈਗੀ। ਕਾਚੀ ਦੇ ਮੁਕਤੇਸ਼ਵਰ ਮੰਦਿਰ ਦਾ ਨਿਰਮਾਣ ਨੰਦੀ ਵਰਮਨ ਦੂਜੇ ਨੇ ਕੀਤਾ। ਹੁਣ ਜਿਹੜਾ ਨੰਦੀ ਵਰਮਨ ਦੂਜਾ ਉਹ ਕਾਚੀ ਦੇ ਵਿੱਚ ਇੱਕ ਹੋਰ ਮੰਦਿਰ ਦਾ ਨਿਰਮਾਣ ਕਰਦਾ ਜਿਹਦਾ ਨਾਮ ਹੈਗਾ ਮੁਕਤੇਸ਼ਵਰ ਮੰਦਿਰ। ਇੱਕ ਕੈਲਾਸ਼ਨਾਥ ਮੰਦਿਰ ਹੈ ਜਿਹਦਾ ਨਿਰਮਾਣ ਕਰਦਾ ਨਰਸਿੰਘ ਵਰਮਨ, ਤੇ ਇੱਕ ਹੈਗਾ ਸਾਡੇ ਕੋਲੇ ਕਾਚੀ ਦੇ ਵਿੱਚ ਹੀ ਮੁਕਤੇਸ਼ਵਰ ਮੰਦਿਰ ਜਿਹਦਾ ਨਿਰਮਾਣ ਕਰਦਾ ਨੰਦੀ ਵਰਮਨ ਦੂਜਾ। ਅੱਗੇ ਹੈਗਾ ਜੀ ਪ੍ਰਾਂਤ ਨੂੰ ਉਸ ਟਾਈਮ ਤੇ ਰਾਸ਼ਟਰ ਕਿਹਾ ਜਾਂਦਾ ਸੀ ਤੇ ਜਾਂ ਮੰਡਲ ਕਿਹਾ ਜਾਂਦਾ ਸੀ। ਡਿਵੀਜ਼ਨ ਨੂੰ ਕੋਟਮ ਕਹਿੰਦੇ ਸੀ, ਜ਼ਿਲ੍ਹੇ ਨੂੰ ਨਾਡੂ ਕਹਿੰਦੇ ਸੀ, ਤਹਿਸੀਲ ਨੂੰ ਕੁਰਮ ਕਹਿੰਦੇ ਸੀ, ਪਿੰਡ ਦੇ ਮੁਖੀ ਨੂੰ ਗ੍ਰਾਮ ਭੋਜਕ ਜਾਂ ਕਿਲਾਨ ਕਹਿੰਦੇ ਸੀਗੇ। ਇਹ ਧਿਆਨ ਰੱਖਣ ਵਾਲੀ ਗੱਲ ਹੈ, ਸਿੱਧਾ ਹੀ ਕੁਐਸਚਨ ਆਇਆ ਹੋਇਆ ਪੇਪਰਾਂ ਦੇ ਵਿੱਚ ਕਿ ਨਾਡੂ ਕੀ ਹੈ। ਠੀਕ ਹੈ, ਜਾਂ ਜਿਹੜਾ ਹੈਗਾ ਪੱਲਵਾਂ ਦੇ ਸਮੇਂ ਪੁੱਛ ਲੈਂਦੇ ਆ, ਜਾਂ ਪੁੱਛ ਲੈਂਦੇ ਆ ਕਿ ਪ੍ਰਾਚੀਨ ਭਾਰਤ ਦੇ ਵਿੱਚ ਨਾਡੂ ਕੀ ਸੀ। ਤਾਂ ਇੱਥੇ ਡਿਵੀਜ਼ਨ ਹੈ ਜਿਹੜੀ, ਡਿਵੀਜ਼ਨ ਨੂੰ ਕੋਟਮ ਕਿਹਾ ਗਿਆ, ਜ਼ਿਲ੍ਹੇ ਨੂੰ ਨਾਡੂ ਕਿਹਾ ਗਿਆ, ਤਹਿਸੀਲ ਨੂੰ ਕੁਰਮ ਕਿਹਾ ਗਿਆ, ਤੇ ਪਿੰਡ ਦੇ ਮੁਖੀ ਨੂੰ ਜਿਹੜਾ ਹੈਗਾ ਗ੍ਰਾਮ ਭੋਜਕ ਜਾਂ ਕਿਲਾਨ ਕਿਹਾ ਗਿਆ। ਪਿੰਡ ਦਾ ਮੁਖੀ ਹੈ ਜਿਹੜਾ, ਅੱਗੇ ਜਿਵੇਂ ਗ੍ਰਾਮਿਕ ਹੁੰਦਾ ਸੀ। ਠੀਕ ਹੈ ਜੀ। ਤਾਂ ਇੱਥੇ ਹੈਗਾ ਜਿਹੜਾ ਉਹਨੂੰ ਗ੍ਰਾਮ ਭੋਜਕ ਜਾਂ ਕਿਲਾਨ ਦਾ ਨਾਮ ਦਿੱਤਾ ਗਿਆ। ਪੱਲਵਾਂ ਦੇ ਟਾਈਮ ਦੀ ਗੱਲ ਕਰਦੇ ਹਾਂ ਆਪਾਂ। ਉਸ ਤੋਂ ਅੱਗੇ ਹੈਗਾ ਜੀ ਸਾਡਾ ਪੂਰਬੀ ਘਾਟ ਤੇ ਸ਼ਾਸਨ ਸੀ ਇਹਨਾਂ ਦਾ। ਪੂਰਬੀ ਘਾਟ ਦੇ ਉੱਪਰ ਜਿਹੜਾ ਸ਼ਾਸਨ ਸੀ, ਭਾਰਤ ਦੇ ਪੂਰਬੀ ਸਾਈਡ ਵਾਲੇ ਪਾਸੇ ਜਿਹੜਾ ਇਹਨਾਂ ਦਾ ਸ਼ਾਸਨ ਸੀ, ਮਹਾਬਲੀਪੁਰਮ, ਕਵੇਰੀਪਟਨਮ, ਸੈਲਿਊਰ, ਕੋਰਕੋਈ, ਪੁਹਾਰ ਬੰਦਰਗਾਹਾਂ ਵਿਦੇਸ਼ੀ ਵਪਾਰ ਦੇ ਮੁੱਖ ਕੇਂਦਰ ਸੀ। ਇਹਨਾਂ ਦਾ ਜਿਹੜਾ ਵਿਦੇਸ਼ੀ ਵਪਾਰ ਜਿਹੜੀਆਂ ਬੰਦਰਗਾਹਾਂ ਰਾਹੀਂ ਹੁੰਦਾ ਸੀ, ਉਹਦੇ ਵਿੱਚ ਮਹਾਬਲੀਪੁਰਮ, ਕਵੇਰੀਪਟਨਮ, ਸੈਲਿਊਰ, ਕੋਰੀਕਈ, ਪੁਹਾਰ, ਇਹ ਪ੍ਰਸਿੱਧ ਬੰਦਰਗਾਹਾਂ ਸੀਗੀਆਂ। ਹੁਣ ਅੱਗੇ ਆਪਣਾ ਵੰਸ਼ ਹੈਗਾ ਜੀ ਰਾਸ਼ਟਰਕੂਟ ਵੰਸ਼। ਇਹ ਇਸ ਤੋਂ ਬਾਅਦ ਚ ਨਹੀਂ ਆਉਂਦਾ, ਇਹ ਇੱਕ ਦੋ ਵੰਸ਼ਾਂ ਤੋਂ ਬਾਅਦ ਚ ਆਉਂਦਾ। ਇਹ ਇੰਪੋਰਟੈਂਟ ਵੰਸ਼ ਹੈ ਰਾਸ਼ਟਰਕੂਟ ਵੰਸ਼। ਠੀਕ ਹੈ, ਬਹੁਤ ਲੰਬਾ ਟਾਈਮ ਜਿਹੜੇ ਹੈਗੇ ਰਾਜ ਕਰਦੇ ਆ ਤੇ ਮਹਾਨ ਵੰਸ਼ ਹੈ ਇਹ, ਤਾਂ ਕਰਕੇ ਆਪਾਂ ਇੱਥੇ ਨੋਟਸਾਂ ਦੇ ਵਿੱਚ ਦੂਜੇ ਨੰਬਰ ਤੇ ਰੱਖਿਆ ਹੋਇਆ। ਤਾਂ ਰਾਸ਼ਟਰਕੂਟ ਵੰਸ਼ ਆ ਜਿਹੜਾ ਦਾ ਸੰਸਥਾਪਕ ਦੰਤੀ ਦੁਰਗ ਹੈ। ਇਹਨਾਂ ਦੇ ਵਿੱਚੋਂ ਸਿੱਧੇ ਕੁਐਸਚਨ ਆਉਂਦੇ ਹੁੰਦੇ ਆ ਕਿ ਇਸ ਵੰਸ਼ ਦਾ ਸੰਸਥਾਪਕ ਕੌਣ ਹੈ, ਇਸ ਦਾ ਕੌਣ ਹੈ। ਰਾਸ਼ਟਰਕੂਟ ਵੰਸ਼ ਦਾ ਸੰਸਥਾਪਕ ਹੈ ਜਿਹੜਾ, ਉਹਦਾ ਨਾਮ ਹੈਗਾ ਦੰਤੀ ਦੁਰਗ। ਸ਼ੁਰੂ ਵਿੱਚ ਕਰਨਾਟਕ ਦੇ ਚਾਲੁਕਿਆ ਦੇ ਅਧੀਨ ਸੀ ਇਹ। ਪਹਿਲਾਂ ਜਦੋਂ ਵੰਸ਼ ਸਟਾਰਟ ਹੁੰਦਾ ਤਾਂ ਕਰਨਾਟਕ ਦੇ ਚਾਲੁਕਿਆਂ ਦੇ ਅਧੀਨ ਸੀਗਾ। ਰਾਜਧਾਨੀ ਇਹਨਾਂ ਦੀ ਹੈਗੀ ਹੈ ਮਨਕਿਰ ਜਾਂ ਮਾਨਿਆ ਖੇਤ। ਹੁਣ ਮਾਲਖੇੜ ਜਾਂ ਸ਼ੋਲਾਪੁਰ ਦੇ ਨੇੜੇ ਆ ਇਹ। ਹੁਣ ਆ ਜਿਹੜਾ ਮੌਜੂਦਾ ਦੌਰ ਦੇ ਵਿੱਚ, ਮੌਜੂਦਾ ਸਮੇਂ ਦੇ ਵਿੱਚ ਮਾਲਖੇੜ ਤੇ ਸ਼ੋਲਾਪੁਰ ਦੇ ਨੇੜੇ ਆ ਇਹ ਸਥਾਨ। ਪਹਿਲਾਂ ਇਹਦਾ ਨਾਂ ਸੀ ਮਨਕਰ ਜਾਂ ਮਾਨਿਆ ਖੇਤ। ਇਸ ਵੰਸ਼ ਦਾ ਪ੍ਰਮੁੱਖ ਸ਼ਾਸਕ ਹੈ ਜਿਹੜਾ ਉਹ ਕ੍ਰਿਸ਼ਨ ਪਹਿਲਾ, ਧਰੁਵ, ਗੋਬਿੰਦ ਤੀਜਾ, ਅਮੋਘ ਵਰਸ਼, ਕ੍ਰਿਸ਼ਨ ਦੂਜਾ, ਇੰਦਰ ਤੀਜਾ, ਕ੍ਰਿਸ਼ਨ ਤੀਜਾ ਸਨ। ਠੀਕ ਹੈ ਜੀ। ਕ੍ਰਿਸ਼ਨ ਪਹਿਲਾ, ਕ੍ਰਿਸ਼ਨ ਦੂਜਾ ਤੇ ਕ੍ਰਿਸ਼ਨ ਤੀਜਾ ਮੁੱਖ ਰਾਜੇ ਹੈ। ਧਰੁਵ, ਗੋਬਿੰਦ ਤੀਜਾ ਇਹ ਮੁੱਖ ਰਾਜੇ ਆ ਦੋਨੇ। ਅਮੋਘ ਵਰਸ਼ ਮੁੱਖ ਰਾਜਾ ਹੈ, ਇੰਦਰ ਤੀਜਾ ਮੁੱਖ ਰਾਜਾ ਹੈ। ਇਹ ਧਿਆਨ 'ਚ ਰੱਖਣੇ ਜ਼ਰੂਰੀ ਹੈ ਤੁਹਾਡੇ ਲਈ। ਰਾਸ਼ਟਰਕੂਟ ਦੇ ਮਹਾਨ ਸ਼ਾਸਕ ਹੈ ਜਿਹੜੇ। ਇੰਦਰਾ ਦੇ ਕੈਲਾਸ਼ ਮੰਦਿਰ ਦਾ ਨਿਰਮਾਣ ਕ੍ਰਿਸ਼ਨ ਪਹਿਲੇ ਨੇ ਕਰਵਾਇਆ। ਇੰਦਰਾ ਦੇ ਵਿੱਚ ਕੈਲਾਸ਼ ਮੰਦਿਰ, ਉਹ ਕਾਚੀ ਦੇ ਵਿੱਚ ਸੀ ਕੈਲਾਸ਼ ਮੰਦਿਰ, ਜਿਹਦਾ ਨਿਰਮਾਣ ਜਿਹੜਾ ਹੈਗਾ ਵਰਮਨ ਕਰਵਾਉਂਦਾ ਹੈ। ਤੇ ਇਹ ਇੰਦਰਾ ਦਾ ਕੈਲਾਸ਼ ਮੰਦਿਰ ਹੈ। ਇਹ ਇੰਦਰਾ ਦੇ ਵਿੱਚ ਜਿਹੜਾ ਕੈਲਾਸ਼ ਮੰਦਿਰ ਆ ਉਹਦਾ ਨਿਰਮਾਣ ਕੌਣ ਕਰਵਾਉਂਦਾ? ਕ੍ਰਿਸ਼ਨ ਪਹਿਲਾ। ਧਿਆਨ 'ਚ ਰੱਖਣਾ, ਕਨਫਿਊਜ਼ ਨਾ ਹੋਣਾ। ਇਹ ਰਾਸ਼ਟਰਕੂਟ ਵੰਸ਼ ਆ, ਉਹ ਪੱਲਵ ਵੰਸ਼ ਸੀ। ਧਰੁਵ ਇਸ ਵੰਸ਼ ਦਾ ਪਹਿਲਾ ਸ਼ਾਸਕ ਸੀ। ਹੁਣ ਪਹਿਲਾ ਸ਼ਾਸਕ ਕੌਣ ਹੈ ਇਸ ਵੰਸ਼ ਦਾ? ਧਰੁਵ ਸੁਤੰਤਰ ਸ਼ਾਸਕ ਹੈ ਇਹ। ਇਸ ਨੇ ਕਨੌਜ ਦੇ ਅਧਿਕਾਰ ਕਰਨ ਲਈ ਤਿੰਨ ਕੋਣੀ ਸੰਘਰਸ਼ ਵਿੱਚ ਭਾਗ ਲਿਆ। ਤਿੰਨ ਤਰ੍ਹਾਂ ਦਾ ਸੰਘਰਸ਼ ਹੋਇਆ ਇਸ ਟਾਈਮ ਤੇ, ਉਹਦੇ ਵਿੱਚ ਇਹਨੇ ਭਾਗ ਲਿਆ ਕਨੌਜ ਦੇ ਉੱਪਰ ਅਧਿਕਾਰ ਕਰਨ ਦੇ ਲਈ।
ਅਤੇ ਪ੍ਰਤੀਹਾਰ ਦੇ ਬਤਸਰਾਜ ਪਾਲ ਰਾਜੇ ਧਰਮਪਾਲ ਨੂੰ ਹਰਾਇਆ। ਹੁਣ ਦੇਖੋ ਪ੍ਰਤੀਹਾਰ ਵੰਸ਼ ਦੇ ਰਾਜੇ ਨੂੰ ਹਰਾਉਂਦਾ ਤੇ ਪਾਲ ਜਿਹੜਾ ਵੰਸ਼ ਹੈ, ਭਾਵ ਆਪਾਂ ਕਹਿ ਸਕਦੇ ਹਾਂ ਇਹਦੇ ਰਾਜੇ ਧਰਮਪਾਲ ਨੂੰ ਹਰਾਉਂਦਾ। ਧਰੁਵ ਨੂੰ ਧਾਰਾਵਰਸ਼ ਕਹਿੰਦੇ ਆ। ਧਰੁਵ ਦਾ ਜਿਹੜਾ ਦੂਜਾ ਨਾਮ ਹੈ ਧਾਰਾਵਰਸ਼ ਹੈ। ਠੀਕ ਹੈ ਜੀ। ਅਮੋਘ ਵਰਸ਼ ਜੈਨ ਧਰਮ ਦਾ ਭਗਤ ਸੀ। ਅਮੋਘ ਵਰਸ਼ ਜਿਹੜਾ ਰਾਜਾ ਹੈ ਉਹ ਜੈਨ ਧਰਮ ਦਾ ਭਗਤ ਸੀਗਾ ਤੇ ਇਹਨੇ ਕਵਿਰਾਜ ਮਾਰਗ ਦੀ ਰਚਨਾ ਕੀਤੀ ਹੈ। ਇਹਦੀ ਇੱਕ ਰਚਨਾ ਮਿਲਦੀ ਹੈ ਸਾਨੂੰ ਜਿਹਦਾ ਨਾਮ ਹੈਗਾ ਕਵਿਰਾਜ ਮਾਰਗ। ਅਮੋਘ ਵਰਸ਼ ਦੀ ਰਚਨਾ ਕਿਹੜੀ ਹੈ ਜੀ? ਕਵਿਰਾਜ ਮਾਰਗ। ਤੇ ਕਿਹੜੇ ਧਰਮ ਨੂੰ ਮੰਨਦਾ ਸੀ ਇਹ? ਜੈਨ ਧਰਮ ਨੂੰ ਮੰਨਦਾ ਸੀ। ਦੇਖੋ ਪਹਿਲਾਂ ਹਿੰਦੂ ਸਮਰਾਟ ਸਾਨੂੰ ਮਿਲ ਰਹੇ ਆ ਸਾਰੇ ਜਿਹੜੇ ਹੈਗੇ ਵੈਸ਼ਨਵ ਮਤ ਨੂੰ ਮੰਨਣ ਵਾਲੇ, ਤਾਂ ਇੱਥੇ ਅਮੋਘ ਵਰਸ਼ ਰਾਜਾ ਇੱਕ ਮਿਲਦਾ ਸਾਨੂੰ ਇਸ ਸਮੇਂ ਤੇ ਜਿਹੜਾ ਜੈਨ ਧਰਮ ਦਾ ਭਗਤ ਹੈ ਤੇ ਇਹਨੇ ਇੱਕ ਰਚਨਾ ਕੀਤੀ ਹੈ ਜਿਹਦਾ ਨਾਮ ਹੈਗਾ ਕਵਿਰਾਜ ਮਾਰਗ। ਜਿਨਸੇਨ ਨੇ ਆਦਿ ਪੁਰਾਣ ਦੀ ਰਚਨਾ ਕੀਤੀ। ਹੁਣ ਇੱਥੇ ਇੱਕ ਹੋਰ ਸਾਨੂੰ ਲੇਖਕ ਮਿਲਦਾ ਜਿਨਸੇਨ, ਇਹਨੇ ਆਦਿ ਪੁਰਾਣ ਦੀ ਰਚਨਾ ਕੀਤੀ ਹੈ। ਸਤਕਿਆਣਾ ਨੇ ਅਮੋਘ ਵ੍ਰਿਤ ਦੀ ਰਚਨਾ ਕੀਤੀ ਹੈ। ਸਤਕਿਆਣਾ ਲੇਖਕ ਮਿਲਦਾ, ਉਹਨੇ ਅਮੋਘ ਵ੍ਰਿਤ ਦੀ ਰਚਨਾ ਕੀਤੀ ਹੈ। ਅਮੋਘ ਵਰਸ਼ ਨੇ ਤੁੰਗਭਦਰਾ ਨਦੀ ਵਿੱਚ ਜਲ ਸਮਾਧੀ ਲੈ ਕੇ ਆਪਣੀ ਜ਼ਿੰਦਗੀ ਦਾ ਅੰਤ ਕੀਤਾ। ਜਿਵੇਂ ਆਪਾਂ ਨੂੰ ਪਤਾ ਜੈਨੀਆਂ ਦੀ ਪਰੰਪਰਾ ਸੀ, ਠੀਕ ਹੈ, ਹੋਰ ਵੀ ਬਹੁਤ ਜੈਨੀ ਹੈ ਜਿਹੜੇ ਇਸ ਤਰ੍ਹਾਂ ਨਾਲ ਜਿਹੜੇ ਹੈਗੇ ਜਲ ਸਮਾਧੀ ਲੈ ਕੇ ਜਿਹੜਾ ਆਪਣਾ ਜੀਵਨ ਆ ਉਹਨੂੰ ਸਮਾਪਤ ਕਰਦੇ ਆ। ਤਾਂ ਉਵੇਂ ਹੀ ਅਮੋਘ ਵਰਸ਼ ਨੇ ਜਿਹੜਾ ਹੈਗਾ ਜਲ ਸਮਾਧੀ ਲੈ ਕੇ ਆਪਣੇ ਜੀਵਨ ਦਾ ਅੰਤ ਕੀਤਾ। ਤਾਂ ਨਦੀ ਦਾ ਨਾਂ ਕੀ ਸੀ? ਤੁੰਗਭਦਰਾ ਨਦੀ, ਇਹ ਯਾਦ ਰੱਖਣਾ। ਇੰਦਰ ਤੀਜੇ ਸਮੇਂ ਅਰਬ ਨਿਵਾਸੀ ਅਲ ਮਸੂਦੀ ਭਾਰਤ ਆਇਆ। ਹੁਣ ਦੇਖੋ ਇਹ ਮੋਸਟ ਇੰਪੋਰਟੈਂਟ ਆ, ਅਲ ਮਸੂਦੀ ਕਦੋਂ ਭਾਰਤ ਆਇਆ? ਅਲ ਮਸੂਦੀ ਕਿੱਥੋਂ ਦਾ ਨਿਵਾਸੀ ਸੀ? ਅਰਬ ਦਾ। ਇਹ ਆਇਆ ਇੰਦਰ ਤੀਜੇ ਦੇ ਸਮੇਂ ਭਾਰਤ ਵਿੱਚ। ਠੀਕ ਹੈ ਜੀ। ਰਾਸ਼ਟਰਕੂਟ ਦਾ ਆਖਰੀ ਮਹਾਨ ਸ਼ਾਸਕ ਕ੍ਰਿਸ਼ਨ ਤੀਜਾ ਸੀ। ਰਾਸ਼ਟਰਕੂਟ ਵੰਸ਼ ਦਾ ਆਖਰੀ ਮਹਾਨ ਸ਼ਾਸਕ ਹੈ ਜਿਹੜਾ ਉਹ ਕ੍ਰਿਸ਼ਨ ਤੀਜਾ ਸੀ। ਇਸ ਦੇ ਦਰਬਾਰ ਵਿੱਚ ਕੰਨੜ ਕਵੀ ਪੋਨ ਰਹਿੰਦਾ ਸੀ। ਕੰਨੜ ਭਾਸ਼ਾ ਦਾ ਕਵੀ ਸੀ, ਬਹੁਤ ਹੀ ਜਿਹੜਾ ਹੈਗਾ ਮਹੱਤਵਪੂਰਨ ਕਵੀ ਹੈ, ਉਹ ਇਹਦੇ ਦਰਬਾਰ ਦੇ ਵਿੱਚ ਰਹਿੰਦਾ। ਇਸ ਨੇ ਸ਼ਾਂਤੀ ਪੁਰਾਣ ਦੀ ਰਚਨਾ ਕੀਤੀ ਹੈ। ਇਹਨੇ ਕੀ ਹੈ? ਸ਼ਾਂਤੀ ਪੁਰਾਣ ਦੀ ਰਚਨਾ ਕੀਤੀ ਹੈ ਪੋਨ ਨੇ। ਕੰਨੜ ਕਵੀ ਹੈ ਪੋਨ, ਉਹਨੇ ਸ਼ਾਂਤੀ ਪੁਰਾਣ ਦੀ ਰਚਨਾ ਹੋਈ ਆ ਉਸ ਟਾਈਮ ਤੇ। ਅੱਗੇ ਹੈਗਾ ਜੀ ਐਲੋਰਾ। ਐਲੋਰਾ ਜਿਹੜਾ ਤੇ ਐਲੀਫੈਂਟਾ ਮਹਾਰਾਸ਼ਟਰ ਦੇ ਵਿੱਚ ਹੈ। ਇਹ ਗ੍ਰਹਿ ਮੰਦਰ ਦਾ ਨਿਰਮਾਣ ਰਾਸ਼ਟਰਕੂਟਾਂ ਦੇ ਸਮੇਂ ਹੋਇਆ। ਇਹ ਦੋ ਮੰਦਰ ਆ, ਐਲੋਰਾ ਤੇ ਐਲੀਫੈਂਟਾ, ਮਹਾਰਾਸ਼ਟਰ ਦੇ ਵਿੱਚ। ਇੱਥੇ ਗ੍ਰਹਿ ਮੰਦਰ ਦਾ ਨਿਰਮਾਣ ਹੁੰਦਾ ਹੈ ਰਾਸ਼ਟਰਕੂਟਾਂ ਦੇ ਟਾਈਮ ਤੇ। ਐਲੋਰਾ ਦੀਆਂ ਗੁਫਾਵਾਂ ਦਾ ਸਭ ਤੋਂ ਪਹਿਲਾ ਵਰਣਨ ਫਰਾਂਸ ਵਾਸੀ ਥਿਵਨੇਟ ਨੇ ਕੀਤਾ ਹੈ। ਐਲੋਰਾ ਦੀਆਂ ਗੁਫਾਵਾਂ ਦਾ ਵਰਣਨ ਹੈ ਜਿਹੜਾ ਉਹ ਸਭ ਤੋਂ ਪਹਿਲਾਂ ਫਰਾਂਸ ਦੇ ਜਿਹੜੇ ਹੈਗਾ ਵਾਸੀ ਥਿਵਨੇਟ ਨੇ ਕੀਤਾ ਹੈ। ਇਸ ਵੰਸ਼ ਦਾ ਖਾਤਮਾ ਜਿਹੜਾ ਹੈਗਾ ਕਲਿਆਣੀ ਦੇ ਚਾਲੁਕਿਆ ਰਾਜੇ ਤੈਲਪ ਦੂਜੇ ਨੇ 973 ਈਸਵੀ ਦੇ ਵਿੱਚ ਰਾਜੇ ਕਰਕ ਨੂੰ ਹਰਾ ਕੇ ਕੀਤਾ ਹੈ। ਠੀਕ ਹੈ ਜੀ। ਇਸ ਵੰਸ਼ ਦਾ ਆਖਰੀ ਰਾਜਾ ਕੌਣ ਆ? ਰਾਜਾ ਕਰਕ। ਇਹਦਾ ਖਾਤਮਾ ਕਿਸ ਨੇ ਕੀਤਾ? ਕਲਿਆਣੀ ਦੇ ਚਾਲੁਕਿਆ ਨੇ। ਤੇ ਨਾਮ ਕੀ ਆ ਉਹਦਾ? ਤੈਲਪ ਦੂਜਾ, 973 ਈਸਵੀ ਦੇ ਵਿੱਚ। ਸੋ ਇੱਥੇ ਸਾਡਾ ਜਿਹੜਾ ਇਹ ਟੌਪਿਕ ਤੇ ਵੰਸ਼ ਵੀ ਸਮਾਪਤ ਹੋ ਜਾਂਦਾ ਹੈ। ਕੱਲ ਮਿਲਾਂਗੇ ਆਪਾਂ ਲੈ ਕੇ ਚਾਲੁਕਿਆ ਵੰਸ਼, ਬਤਾਪੀ ਦੇ ਚਾਲੁਕਿਆ, ਸਾਰੇ ਜਿਹੜੇ ਚਾਲੁਕਿਆ ਵੰਸ਼ ਨਾਲ ਰਿਲੇਟਡ ਹੈ ਉਹ ਟੌਪਿਕ ਲੈ ਕੇ ਆਪਾਂ ਕੱਲ ਮਿਲਾਂਗੇ। ਸੋ ਤੁਹਾਨੂੰ ਫਿਰ ਦੱਸ ਦਈਏ ਜਿਹੜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜਾ ਹੈਗਾ ਇਹ ਟੈਲੀਗ੍ਰਾਮ ਚੈਨਲ ਹੈ ਨੋਟਸਾਂ ਦੀ ਪ੍ਰਾਪਤੀ ਲਈ ਤੁਸੀਂ ਉਹ ਜੁਆਇਨ ਕਰ ਸਕਦੇ ਹੋ। ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ। ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਤਾਂ ਤੁਹਾਨੂੰ ਇੱਕ ਵਾਰ ਫਿਰ ਦੱਸ ਸਕਦੇ ਹਾਂ ਕਿ ਆਪਾਂ ਜਲਦ ਲੈ ਕੇ ਆ ਰਹੇ ਹਾਂ MCQ ਟੈਪ ਦੇ ਜਿਹੜੇ ਹੈਗੇ ਆ ਟੌਪਿਕ। MCQ ਤੁਹਾਨੂੰ ਜਿਹੜੇ ਕਰਵਾਏ ਜਾਇਆ ਕਰਨਗੇ। ਸਾਡਾ ਚੈਨਲ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰੋ ਇਹਨੂੰ। ਤੁਹਾਡਾ ਸਾਰਿਆਂ ਦਾ ਧੰਨਵਾਦ।